Hello, dear students. I am here once again with another video for you. Today's video is also based on English communication skills, means listening and speaking. So, ਅੱਜ ਆਪਾਂ ਕਰਾਂਗੇ solve worksheet ਜਿਹੜੀ ਤੁਹਾਡੀ 6 ਜਿਹੜੀ ਕਿ ਲੈਸਨ ਕਿਹੜੇ ਤੇ ਬੇਸਡ ਹੈ ਚਾਰਜ ਫॉर ਲਵ। ਸੋ ਇਹਨੂੰ ਪ੍ਰੈਕਟਿਸ ਸ਼ੀਟ ਵੀ ਕਹਿ ਸਕਦੇ ਹੋ, ਵਰਕਸ਼ੀਟ ਵੀ ਕਹਿ ਸਕਦੇ ਹੋ। 6 ਲਿਸਨਿੰਗ ਦੇ ਨਾਲ ਨਾਲ ਸਪੀਕਿੰਗ ਵੀ ਕਰਾਂਗੇ। ਸੋ ਧਿਆਨ ਨਾਲ ਵੀਡੀਓ ਨੂੰ ਸੁਣਨਾ ਅਤੇ ਜਿਹੜੀ ਚੀਜ਼ ਤੁਹਾਨੂੰ ਇਹ 'ਚੋਂ ਨਹੀਂ ਆਉਂਦੀ ਉਹਨੂੰ ਨੋਟ ਡਾਊਨ ਕਰ ਲੈਣਾ ਤਾਂ ਕਿ ਪ੍ਰੈਕਟੀਕਲ ਦੇ ਵਿੱਚੋਂ ਸਾਡੇ ਵਧੀਆ ਮਾਰਕਸ ਲੱਗ ਸਕਣ, ਫੁੱਲ ਬਟਾ ਫੁੱਲ। ਠੀਕ ਹੈ ਬੇਟਾ। ਸੋ ਲੈਟਸ ਸਟਾਰਟ। ਪਹਿਲਾਂ ਲਿਸਨਿੰਗ ਪਾਰਟ ਕਰਾਂਗੇ। ਇਹ ਕੁਐਸਚਨਸ ਨੇ, ਧਿਆਨ ਨਾਲ ਸੁਣਨੇ ਨੇ। ਜਦੋਂ ਤੁਹਾਨੂੰ ਆਡੀਓ ਪਲੇ ਕੀਤੀ ਜਾਊਗੀ ਤਾਂ ਤੁਸੀਂ ਆਲਾ ਦੁਆਲਾ ਦੇਖਣ ਦੀ ਬਜਾਏ ਸਾਰਾ ਫੋਕਸ ਆਪਣੇ ਆਨਸਰ ਸੀਟ 'ਤੇ ਕਰਨਾ ਤਾਂ ਕਿ ਤੁਹਾਨੂੰ ਆਨਸਰਸ ਲੱਭ ਸਕਣ। ਐਂਡ 'ਤੇ ਜਦੋਂ ਤੁਸੀਂ ਇੱਕ ਵਾਰ ਸੁਣ ਕੇ ਸਾਰੇ ਆਨਸਰ ਟਿਕ ਕਰ ਲਏ ਫਿਰ ਮੈਂ ਤੁਹਾਨੂੰ ਉਹਦੇ ਸਹੀ ਆਨਸਰ ਦੱਸਾਂਗੀ, ਫਿਰ ਤੁਸੀਂ ਮਾਰਕ ਕਰਨਾ ਤੁਹਾਡੇ ਕਿੰਨੇ ਮਾਰਕਸ ਆਏ। ਲਓ ਜੀ ਸੁਣੋ ਆਡੀਓ। Listening test. Class 8th. Practice sheet 6. Lesson Charge for Love. You will hear an audio and you will have to answer the questions as you listen. Before you listen to the audio, please read the questions carefully. Now, listen to the audio. A shop owner had some puppies he wanted to sell. He painted a signboard to advertise his intention of selling the pups that said, "Puppies for sale." He set about nailing it on the wall. Boards like this always have a way of attracting young children. As he was driving the last nail into the post, a boy saw the board and started walking towards the shop. He approached the owner and asked, "How much are you going to sell the puppies for?" The shop owner looked down into the eyes of the little boy. "Well," said the shop owner, as he wiped the sweat off the back of his neck, "these puppies come from fine parents and cost a good deal of money. So I will charge anywhere from $30 to $50 for each puppy." This is the end of the audio. ਓਕੇ ਬੇਟਾ, ਆਡੀਓ ਸੁਣ ਲਈ ਤੁਸੀਂ ਧਿਆਨ ਨਾਲ। ਠੀਕ, ਹੁਣ ਤੁਸੀਂ ਆਨਸਰ ਜਿਹੜੇ ਟਿਕ ਕੀਤੇ ਨੇ ਉਹਨਾਂ ਨੂੰ ਚੈੱਕ ਆਊਟ ਕਰੋ। ਓਕੇ, ਲਓ ਜੀ ਫਸਟ 'ਤੇ ਚੱਲਦੇ ਹਾਂ ਆਪਾਂ, ਪੈਨ ਲੈ ਲਈਏ। ਲਓ ਜੀ ਫਸਟ ਕੁਐਸਚਨ ਤਾਂ ਮੈਨੂੰ ਪਤਾ ਸਾਰੇ ਬੱਚਿਆਂ ਦਾ ਸਹੀ ਹੋਣਾ, ਸਾਰਿਆਂ ਨੇ ਪੇਂਟਡ ਲਾਇਆ ਹੋਣਾ ਇਹ ਵਾਲਾ, ਹੈ ਨਾ। ਸੋ ਠੀਕ ਹੈ ਤੁਹਾਡਾ ਸਾਰਿਆਂ ਦਾ ਅਗਰ ਪੇਂਟਡ ਲਾਇਆ। ਸੈਕਿੰਡ ਦੇ ਵਿੱਚ ਇੱਕ ਝੋਲ ਆ, ਉੱਥੇ ਉਹਨਾਂ ਨੇ ਨੇਲਿੰਗ ਵਰਡ ਬੋਲਿਆ ਗਾ, ਹੀ ਸੈਟ ਅਬਾਊਟ ਨੇਲਿੰਗ ਇਟ ਔਨ ਦਾ ਵਾਲ। ਠੀਕ ਆ, ਨੇਲਿੰਗ ਇੱਥੇ ਆਪਸ਼ਨ ਦੇ ਵਿੱਚ ਸਾਨੂੰ ਦਿੱਤਾ ਨਹੀਂ ਹੋਇਆ। ਹੁਣ ਨੇਲਿੰਗ ਦਾ ਆਪਾਂ ਸਿਮੀਲਰ ਵਰਡ ਦੇਖਾਂਗੇ, ਜਦੋਂ ਕਦੇ ਇੱਦਾਂ ਦਾ ਕੋਈ ਆ ਜਾਂਦਾ ਤਾਂ ਉਹਨੂੰ ਛੱਡ ਦਿਓ ਉੱਥੇ ਬੇਟਾ। ਬਾਅਦ ਦੇ ਵਿੱਚ ਜਦੋਂ ਤੁਹਾਨੂੰ ਟਾਈਮ ਮਿਲਦਾ ਆਨਸਰ ਚੈੱਕ ਕਰਨ ਦਾ ਫਿਰ ਤੁਸੀਂ ਧਿਆਨ ਦੇਣਾ ਉਸ ਚੀਜ਼ ਵੱਲ। ਹੁਣ ਦੇਖੋ ਨੇਲਿੰਗ ਆਇਆ ਸੀ, ਮੀਨਸ ਉਹ ਬਾਲ 'ਤੇ ਉਹਨੂੰ ਫਿਕਸ ਕਰ ਰਿਹਾ ਸੀ, ਉਹਦਾ ਸਿਮੀਲਰ ਵਰਡ ਫਿਕਸਿੰਗ ਹੈ ਇੱਥੇ। ਸੋ ਅਸੀਂ ਏ ਚੂਜ਼ ਕਰਾਂਗੇ। ਠੀਕ, ਥਰਡ ਵਨ ਹੈ ਬੋਰਡਸ ਲਾਈਕ ਦਿਸ ਆਲਵੇਜ਼ ਹੈਵ ਅ ਵੇ ਆਫ ਅਟਰੈਕਟਿੰਗ ਡੈਸ਼ ਚਿਲਡਰਨ। ਉੱਥੇ ਉਹਨਾਂ ਨੇ ਬੋਲਿਆ ਯੰਗ ਚਿਲਡਰਨ। ਠੀਕ, ਯੰਗ ਇੱਥੇ ਵੀ ਆਪਸ਼ਨ ਦੇ ਵਿੱਚ ਅਵੇਲੇਬਲ ਨਹੀਂ, ਲਿਟਲ ਆ, ਸਮੌਲ ਆ, ਸਟੈਚੂ ਆ। ਸੋ ਯੰਗ ਵਨ ਜਾਂ ਯੰਗ, ਉਹਨੂੰ ਆਪਾਂ ਲਿਟਲ ਵਨ ਵੀ ਕਹਿ ਸਕਦੇ ਹਾਂ। ਇਹਦਾ ਵੀ ਆਨਸਰ ਕੀ ਆਊਗਾ ਬੇਟਾ, ਇਹ ਆਊਗਾ। ਅਗਰ ਕੋਈ ਡਾਊਟ ਹੋਵੇ ਜਾਂ ਸੁਣਦੇ ਹੋ ਨਹੀਂ ਆਇਆ ਤਾਂ ਕੋਈ ਗੱਲ ਨਹੀਂ, ਉਹਨੂੰ ਛੱਡ ਦੇਣਾ। ਆਡੀਓ ਦੇ ਨਾਲ ਨਾਲ ਅੱਗੇ ਚੱਲੀ ਜਾਣਾ, ਬਾਅਦ ਵਿੱਚ ਉਹਨੂੰ ਦੇਖ ਲੈਣਾ। ਠੀਕ, ਪੜ੍ਹ ਕੇ। ਸੋ ਹੋ ਗਏ। ਓਕੇ, ਫੋਰਥ ਕੁਐਸਚਨ, ਅ ਬॉय ਸੌ ਦਾ ਬੋਰਡ, ਉਹ ਹੈਗਾ ਗਾ ਆਨਸਰ ਸਾਡੇ ਕੋਲ ਬੀ ਪਿਆ। ਦੇਖੋ ਤੁਸੀਂ ਵੀ ਇਹੀ ਟਿਕ ਕੀਤਾ, ਵੈਰੀ ਗੁੱਡ।
ਨੈਕਸਟ ਵਨ ਦੇ ਵਿੱਚ ਕੀ ਸੀ, ਹੀ ਅਪਰੋਚਡ ਦਾ, ਕਿਹਦੇ ਕੋਲੇ ਅਪਰੋਚ ਕੀਤੀ, ਓਨਰ ਕੋਲੇ, ਸੋ ਇਹਦਾ ਆਨਸਰ ਵੀ ਬੀ ਆ। ਲਓ ਜੀ, 6th ਹੈਗਾ, ਦ ਸ਼ਾਪ ਓਨਰ ਲੁੱਕਡ ਡਾਊਨ ਇਨਟੂ ਦਾ ਆਫ ਦਾ ਲਿਟਲ ਬॉय, ਕਿੱਥੇ ਦੇਖਿਆ, ਉਹਦੀਆਂ ਅੱਖਾਂ ਦੇ ਵਿੱਚ ਦੇਖਿਆ, ਸੋ ਸੀ ਆਨਸਰ ਹੈ ਬੇਟਾ। ਕੁਐਸਚਨ ਨੰਬਰ 7, ਦ ਸ਼ਾਪ ਓਨਰ ਵਾਈਪ ਦਾ, ਕੀ ਉਹਨੇ ਵਾਈਪ ਕੀਤਾ, ਕੀ ਪੁੰਜਿਆ, ਪਸੀਨਾ, ਪਸੀਨਾ ਕਿੱਥੇ ਲਿਖਿਆ, ਸਵੈਟ, ਸੋ ਸੀ ਆਨਸਰ ਹੈ ਇਹਦਾ। ਠੀਕ, ਸੋ ਇਹ ਹੋ ਗਏ 7th, ਇਹ ਤਾਂ ਈਜ਼ੀਲੀ ਮਿਲ ਗਏ ਹੋਣਗੇ। ਹੁਣ ਨੈਕਸਟ 8th ਕੁਐਸਚਨ, these puppies come from dash parents, fine, answer a B, fine parents, they lost a good dash amount ਆਊਗਾ ਹੁਣ ਇੱਥੇ ਆਫ ਮਨੀ ਜਾਂ ਡੀਲ ਆਫ ਮਨੀ, ਉੱਥੇ ਉਹਨਾਂ ਨੇ ਡੀਲ ਵਰਡ ਯੂਜ਼ ਕੀਤਾ, ਸੋ ਅਸੀਂ ਡੀਲ ਸਾਡੇ ਕੋਲ ਹੈਗਾ ਗਾ, ਆਪਸ਼ਨਸ ਦੇ ਵਿੱਚ ਅਸੀਂ ਉਹਨੂੰ ਹੀ ਚੂਜ਼ ਕਰਾਂਗੇ, ਇਹ ਆਨਸਰ ਆ। ਇਹ ਤੁਹਾਨੂੰ ਬੜੇ ਚੰਗੇ ਤਰੀਕੇ ਨਾਲ ਆਉਂਦਾ। ਅਗਲਾ, ਈਚ ਪਪੀ ਵਿਲ ਬੀ ਚਾਰਜਡ ਐਨੀਵੇਅਰ ਫਰੋਮ $30 to $50, ਸੋ ਇਹ ਹੋ ਗਏ 10 ਦੇ 10 ਕੁਐਸਚਨ, ਅਤੇ ਹੁਣ ਤੁਸੀਂ ਚੈੱਕ ਆਊਟ ਕਰੋ ਤੁਹਾਡੇ ਕਿੰਨੇ ਸਹੀ ਗਏ। ਠੀਕ, ਸੋ ਇਹ ਹੋ ਗਈ ਲਿਸਨਿੰਗ ਪਾਰਟ। ਹੁਣ ਆਪਾਂ ਸਪੀਕਿੰਗ ਪਾਰਟ ਵੱਲ ਚੱਲਦੇ ਹਾਂ। ਸਪੀਕਿੰਗ ਪ੍ਰੈਕਟਿਸ ਦੇ ਵਿੱਚ ਪਹਿਲਾਂ ਜਿਹੜੇ ਟੀਚਰ ਨੇ ਤੁਹਾਨੂੰ ਕੁਐਸਚਨ ਪੁੱਛਣੇ ਨੇ, 5 ਕੁਐਸਚਨ ਨੇ, ਕੁਐਸਚਨ ਸਮਝਾ ਦਈਏ ਕੀ ਪੁੱਛਿਆ ਜਾ ਰਿਹਾ, ਫਿਰ ਤੁਸੀਂ ਉਹਦੇ ਆਨਸਰਸ ਦੇਣ ਦੀ ਕੋਸ਼ਿਸ਼ ਕਰਨੀ ਹੈ ਨਾਲ ਹੁੰਦੇ। ਬਾਅਦ ਜਿਹੜੇ ਮੈਂ ਤੁਹਾਨੂੰ ਆਨਸਰ ਪ੍ਰੋਵਾਈਡ ਕਰਾਏ ਨੇ, ਠੀਕ, ਉਹਨਾਂ ਨਾਲ ਆਪਣੇ ਮੈਚ ਕਰ ਲੈਣੇ ਨੇ, ਤੁਸੀਂ ਉਹ ਚਾਹੋ ਤਾਂ ਉਹ ਯਾਦ ਕਰ ਸਕਦੇ ਹੋ, ਅਗਰ ਆਪਣਾ ਆਨਸਰ ਬਣਾਉਣਾ ਚਾਹੋ ਤਾਂ ਉਹ ਬਣਾ ਸਕਦੇ ਹੋ। ਫਸਟ ਕੁਐਸਚਨ ਆ, ਹਾਊ ਡੂ ਯੂ ਸੈਲੀਬ੍ਰੇਟ ਫੈਸਟੀਵਲਸ, ਤੁਸੀਂ ਫੈਸਟੀਵਲਸ ਕਿੱਦਾਂ ਮਨਾਉਂਦੇ ਹੋ। ਸੈਕਿੰਡ ਕੁਐਸਚਨ ਆ, ਵਿਚ ਇਜ਼ ਯੂਅਰ ਫੇਵਰੇਟ ਸਬਜੈਕਟ ਐਂਡ ਵਾਈ, ਪਿਛਲੇ 'ਚ ਵੀ ਆਇਆ ਸੀ, ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਹੈਗਾ ਅਤੇ ਕਿਉਂ ਆ। ਨੈਕਸਟ ਕੁਐਸਚਨ ਆ, ਵਿਚ ਆਊਟਡੋਰ ਗੇਮ ਡੂ ਯੂ ਲਾਈਕ ਟੂ ਪਲੇ ਐਂਡ ਵਾਈ, ਕਿਹੜੀ ਆਊਟਡੋਰ ਗੇਮ ਜਿਹੜੀ ਖੇਡਣੀ ਤੁਹਾਨੂੰ ਪਸੰਦ ਆ ਅਤੇ ਕਿਉਂ। ਨੈਕਸਟ ਆ, ਵਾਟ ਮੇਕ ਯੂ ਹੈਪੀ, ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਖੁਸ਼ ਕਰ ਦਿੰਦੀ ਆ। ਹਾਊ ਡੂ ਯੂ ਫੀਲ ਵੈਨ ਯੂ ਹੈਲਪ ਸਮਵਨ, ਤੁਸੀਂ ਉਦੋਂ ਕਿਵੇਂ ਦਾ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ। ਸੋ ਇਹ 5 ਕੁਐਸਚਨ ਨੇ, ਦੇਖੋ ਤੁਹਾਨੂੰ ਇਹਨਾਂ ਦੇ ਆਨਸਰਸ ਆਉਂਦੇ ਨੇ। ਠੀਕ, ਆਪਣੇ ਆਨਸਰਸ ਮਾਰਕ ਕਰ ਲਓ, ਲਿਖ ਲਓ ਬੇਟਾ। ਠੀਕ ਆ, ਇਹਨਾਂ 5 ਦੇ ਫਿਰ ਜਦੋਂ ਹੁਣ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਰਹੀ ਆਨਸਰਸ, ਫਿਰ ਤੁਸੀਂ ਉਹਦੇ ਨਾਲ ਮੈਚ ਕਰਕੇ ਦੇਖੋ। ਓਕੇ, ਲਓ ਜੀ, ਫਸਟ ਸੀਗਾ ਕਿਵੇਂ ਸੈਲੀਬ੍ਰੇਟ ਕਰਦੇ ਹਾਂ ਫੈਸਟੀਵਲਸ। ਆਈ ਸੈਲੀਬ੍ਰੇਟ ਦ ਫੈਸਟੀਵਲਸ ਵਿਦ ਮਾਈ ਫੈਮਿਲੀ ਐਂਡ ਫਰੈਂਡਸ। ਠੀਕ, ਮੈਂ ਕਿਵੇਂ ਸੈਲੀਬ੍ਰੇਟ ਕਰਦਾ ਫੈਸਟੀਵਲ, ਆਪਦੇ ਦੋਸਤਾਂ ਨਾਲ ਅਤੇ ਆਪਦੇ ਪਰਿਵਾਰ ਦੇ ਮੈਂਬਰਾਂ ਨਾਲ। ਨੈਕਸਟ ਕੁਐਸਚਨ ਆ, ਕਿਹੜਾ ਫੇਵਰੇਟ ਸਬਜੈਕਟ ਸੀ ਅਤੇ ਕਿਉਂ ਸੀ, ਉਹ ਆਪਾਂ ਪਿਛਲੇ 'ਚ ਵੀ ਆਨਸਰ ਕੀਤਾ। ਮਾਈ ਫੇਵਰੇਟ ਸਬਜੈਕਟ ਇਜ਼ ਮੈਥਸ ਬਿਕਾਜ਼ ਇਟ ਇਜ਼ ਵੈਰੀ ਇੰਟਰਸਟਿੰਗ ਸਬਜੈਕਟ, ਜਾਂ ਤੁਸੀਂ ਇੰਗਲਿਸ਼ ਬੋਲ ਸਕਦੇ ਹੋ। ਠੀਕ, ਉਹ ਜਿਹੜਾ ਵੀ ਤੁਹਾਡਾ ਫੇਵਰੇਟ ਸਬਜੈਕਟ ਆ ਤੁਸੀਂ ਉੱਥੇ ਉਹ ਬੋਲ ਸਕਦੇ ਹੋ ਬੇਟਾ। ਨੈਕਸਟ ਦੀ ਆਊਟਡੋਰ ਗੇਮ ਦੀ ਗੱਲ ਪੁੱਛੀ। ਆਈ ਲਾਈਕ ਟੂ ਪਲੇ ਹਾਕੀ ਐਜ਼ ਐਨ ਆਊਟਡੋਰ ਗੇਮ, ਆਊਟਡੋਰ ਗੇਮ ਖੇਡਣਾ ਮੈਨੂੰ ਕਿਹੜੀ ਗੇਮ ਪਸੰਦ ਆ, ਹਾਕੀ ਆ, ਕ੍ਰਿਕਟ ਪਸੰਦ ਆ, ਕ੍ਰਿਕਟ ਲਿਖ ਸਕਦੇ ਹੋ, ਬੋਲ ਸਕਦੇ ਹੋ। ਫੁੱਟਬਾਲ ਪਸੰਦ ਆ, ਫੁੱਟਬਾਲ, ਜਿਹੜੀਆਂ ਵੀ ਬਾਹਰ ਖੇਡੀਆਂ ਜਾਂਦੀਆਂ ਨੇ, ਹੈ ਨਾ, ਅੰਦਰ ਕਮਰਿਆਂ ਦੇ ਵਿੱਚ ਨਹੀਂ, ਬਾਹਰ ਖੇਡੀਆਂ ਜਾਂਦੀਆਂ ਨੇ। ਠੀਕ, ਉਹਨਾਂ ਨੂੰ ਆਊਟਡੋਰ ਗੇਮਸ ਕਹਿੰਦੇ ਆ। ਜਿਹੜੀ ਤੁਹਾਨੂੰ ਉਹ 'ਚੋਂ ਪਸੰਦ ਆ ਤੁਸੀਂ ਦੱਸ ਦੇਣੀ ਹੈ। ਨੈਕਸਟ ਕੁਐਸਚਨ ਸੀ, ਵਟ ਮੇਕ ਯੂ ਹੈਪੀ, ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਖੁਸ਼ ਕਰਦੀ ਆ, ਖੁਸ਼ੀ ਦਿੰਦੀ ਆ। ਜਿੱਦਾਂ ਹੁਣ ਤੁਸੀਂ ਇਹ ਕਹਿ ਸਕਦੇ ਆ ਸਮਾਈਲਿੰਗ ਫੇਸ ਮੇਕ ਮੀ ਹੈਪੀ, ਇੱਕ ਮੁਸਕਰਾਉਂਦਾ ਹੋਇਆ ਚਿਹਰਾ ਮੈਨੂੰ ਖੁਸ਼ ਕਰ ਦਿੰਦਾ। ਫਿਰ ਹੁਣ ਇਹ ਵੀ ਦੇਖੋ ਆਪਣੀ ਆਪਣੀ ਚੁਆਇਸ ਆ। ਆਈਸਕ੍ਰੀਮ ਵੀ ਕਿਸੇ ਨੂੰ ਖੁਸ਼ ਕਰ ਸਕਦੀ ਹੈ, ਕਿਸੇ ਨੂੰ ਮਿਊਜ਼ਿਕ ਖੁਸ਼ ਕਰ ਸਕਦਾ, ਕਿਸੇ ਨੂੰ ਨੈਪਸ ਮੀਨਸ ਥੋੜ੍ਹੀ ਨੀਂਦ, ਕਿਸੇ ਨੂੰ ਕਿਤਾਬਾਂ, ਕਿਸੇ ਨੂੰ ਕੁਕਿੰਗ, ਡਿਪੈਂਡ ਆਨ ਹੈ ਕਿ ਬੰਦੇ ਨੂੰ ਕਿਹੜੀ ਚੀਜ਼ ਦਾ ਸ਼ੌਕ ਹੈ। ਠੀਕ ਆ, ਸੋ ਤੁਸੀਂ ਉਹਨਾਂ 'ਚ ਕੋਈ ਵੀ ਬੋਲ ਸਕਦੇ ਹੋ। ਆਈਸਕ੍ਰੀਮ ਮੇਕਸ ਮੀ ਹੈਪੀ, ਮਿਊਜ਼ਿਕ ਮੇਕਸ ਮੀ ਹੈਪੀ। ਠੀਕ, ਸੋ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਸੈਂਟੈਂਸ ਬੋਲ ਸਕਦੇ ਹੋ। ਅਗਲਾ ਕੁਐਸਚਨ ਸੀ ਕਿ ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ। ਤਾਂ ਮੋਸਟਲੀ ਆਪਾਂ ਕਹਿੰਦੇ ਹਾਂ ਆਈ ਫੀਲ ਵੈਰੀ ਗੁੱਡ। ਠੀਕ, ਆਈ ਫੀਲ ਹੈਪੀ ਵੀ ਕਹਿ ਸਕਦੇ ਹਾਂ, ਆਈ ਫੀਲ ਸੈਟਿਸਫਾਈਡ ਵੀ ਕਹਿ ਸਕਦੇ ਹਾਂ। ਇੰਨਾ ਸੈਂਟੈਂਸ ਵੀ ਬੋਲਿਆ ਜਾ ਸਕਦਾ ਅਤੇ ਫੁੱਲ ਸੈਂਟੈਂਸ ਵੀ ਬੋਲਿਆ ਜਾ ਸਕਦਾ। ਆਈ ਫੀਲ ਵੈਰੀ happy when I helped someone. I feel very good when I helped someone. I feel satisfied when I helped someone. ਸੋ ਇਸ ਤਰੀਕੇ ਨਾਲ ਇਹ 5 ਕੁਐਸਚਨਾਂ ਦੇ ਤੁਸੀਂ ਆਨਸਰਸ ਦੇਣੇ ਨੇ ਬੇਟਾ ਬੋਲ ਕੇ। ਓਕੇ, ਸੈਕੰਡ ਪਾਰਟ ਸਪੀਕਿੰਗ ਦਾ ਦੇਖੋ ਕੀ ਆ। ਸਾਨੂੰ ਇੱਕ ਪਿਕਚਰ ਦਿੱਤੀ ਗਈ ਹੈ ਜਿਹਦੇ ਵਿੱਚ ਇੱਕ ਸ਼ਾਪ ਦਿਖ ਰਹੀ ਆ, ਬੋਰਡ ਲੱਗਿਆ ਹੋਇਆ ਸਾਈਨ ਬੋਰਡ, ਪਪੀਜ਼ ਫॉर ਸੇਲ, ਇੱਕ ਬੱਚਾ ਪੱਪੀ ਚੱਕੀ ਖੜਾ ਗਾ, ਇੱਕ ਓਨਰ ਬੈਠਾ। ਠੀਕ, ਇਹਦੇ ਨਾਲ ਰਿਲੇਟਡ ਸਾਨੂੰ ਕੁਝ ਵਰਡਸ ਦਿੱਤੇ ਹੋਏ ਨੇ ਬਾਕਸ ਦੇ ਵਿੱਚ। ਸ਼ਾਪ ਓਨਰ,
signboard, puppies for sale, boy approached, asked price, change, ਇੱਥੇ change ਦੀ ਚਾਰਜ ਆਉਣਾ ਸੀ, ਗਲਤ ਲਿਖਿਆ, charge from $30 to $50, pulled out $2.37, dog house for little balls of fun ਨਹੀਂ ਹੈਗਾ, ਫਰ ਆਉਣਾ ਸੀ ਉੱਥੇ, ਇਹ ਵੀ ਗਲਤ ਪ੍ਰਿੰਟ ਹੋਇਆ ਹੋਇਆ, noticed something, another ball, little ball slide in a wicked manner, signaled out it lame. ਸੋ ਇਹਨਾਂ ਵਰਡਸ ਨੂੰ ਯੂਜ਼ ਕਰਦੇ ਹੋਏ ਤੁਸੀਂ ਇਸ ਲੈਸਨ ਦੇ ਬੇਸ 'ਤੇ ਸੈਂਟੈਂਸਸ ਬੋਲਣੇ ਨੇ ਕੋਈ 5 ਬੇਟਾ। ਲਓ ਹੁਣ ਮੈਂ ਇੱਥੇ ਲਿਖੇ ਨੇ, ਠੀਕ। ਤੁਸੀਂ ਇਹ ਤੋਂ ਇਲਾਵਾ ਵੀ ਕੋਈ ਹੋਰ ਬੋਲ ਸਕਦੇ ਹੋ। ਦ ਸ਼ਾਪ ਓਨਰ ਹੈਡ ਸਮ ਪਪੀਜ਼, ਕਿਉਂਕਿ ਪਹਿਲਾਂ ਸ਼ਾਪ ਓਨਰ ਆ, ਸੋ ਫਿਰ ਸ਼ਾਪ ਓਨਰ ਦਾ ਆਪਾਂ ਕੋਈ ਵੀ ਇੱਥੇ ਸੈਂਟੈਂਸ ਲਿਖ ਸਕਦੇ ਹਾਂ। ਦ ਸ਼ਾਪ ਓਨਰ ਹੈਡ ਸਮ ਪਪੀਜ਼। ਸੈਕਿੰਡ ਸੀਗਾ ਸਾਈਨ ਬੋਰਡ ਦੀ ਗੱਲ ਹੋ ਰਹੀ ਆ। ਹੀ ਪੇਂਟਡ ਆ ਸਾਈਨ ਬੋਰਡ ਫॉर ਪਪੀਜ਼ ਫॉर ਸੇਲ। ਅਗਲਾ ਅਪਰੋਚਡ ਦੀ ਗੱਲ ਹੋਈ ਸੀ, ਇਹ ਆਪਾਂ ਕੁਐਸਚਨ 'ਚ ਵੀ ਯਾਦ ਕੀਤਾ ਹੋਇਆ। ਤੁਸੀਂ ਜਿਹੜੇ ਪੁੱਤ ਕੁਐਸਚਨ ਆਨਸਰਸ ਯਾਦ ਕੀਤੇ ਹੋਏ ਨੇ ਅਗਰ ਉਹ ਵੀ ਇੱਥੇ ਬੋਲ ਸਕਦੇ ਹੋ, ਕਿਉਂਕਿ ਇਸੇ ਲੈਸਨ ਨਾਲ ਰਿਲੇਟਡ ਨੇ ਨਾ। ਆ ਬੁਆਏ ਅਪਰੋਚਡ ਆ ਸ਼ਾਪ ਓਨਰ, ਅਤੇ ਫਿਰ ਉੱਥੇ ਪ੍ਰਾਈਸ ਸੀਗਾ। ਦ ਬੁਆਏ ਆਸਕਡ ਦ ਪ੍ਰਾਈਸ, ਮੁੰਡੇ ਨੇ ਪ੍ਰਾਈਸ ਪੁੱਛਿਆ, ਕੀਮਤ ਪੁੱਛੀ। ਦ ਸ਼ਾਪ ਓਨਰ ਚਾਰਜਸ ਫਰੋਮ $30 to $50 ਫॉर ਈਚ ਪਪੀ, ਇਹ ਵੀ ਆਪਾਂ ਕੀਤਾ ਹੋਇਆ ਕੁਐਸਚਨ। ਨੈਕਸਟ ਸੀਗਾ ਲਿਟਲ 4 balls of fur, ਤੁਸੀਂ ਉੱਥੇ ਇਹ ਲਿਖ ਸਕਦੇ ਹੋ। ਡੋਲੀ ਵਾਜ਼ ਫੋਲੋਡ ਬਾਏ 4 little balls of fur। ਇੱਕ ਡੌਗ ਹਾਊਸ ਵੀ ਸੀ, ਤਾਂ ਤੁਸੀਂ ਉੱਥੇ ਡੌਗ ਹਾਊਸ ਦਾ ਵੀ ਸੈਂਟੈਂਸ ਬਣਾ ਸਕਦੇ ਹੋ। ਦ ਲਿਟਲ ਬੋਆਏ ਨੋਟਿਸ ਸਮਥਿੰਗ ਐਲਸ, ਨੋਟਿਸ ਸਮਥਿੰਗ ਦਾ ਬਣ ਗਿਆ ਸਲੋਲੀ ਐਂਡ ਐਨ ਅਦਰ ਲਿਟਲ ਬਾਲ ਅਪੀਅਰਡ। ਸੋ ਇਸ ਤਰੀਕੇ ਨਾਲ ਤੁਸੀਂ ਕੋਈ ਵੀ 5 ਸੈਂਟੈਂਸ ਇਸ ਪਿਕਚਰ ਨਾਲ ਰਿਲੇਟਡ, ਇਸ ਲੈਸਨ ਨਾਲ ਰਿਲੇਟਡ ਬੇਟਾ ਬੋਲ ਸਕਦੇ ਹੋ, ਠੀਕ। ਚਾਹੇ ਇੱਥੇ ਹਿੰਟ ਉਹਦਾ ਨਹੀਂ ਵੀ ਦਿੱਤਾ ਹੋਇਆ, ਜ਼ਰੂਰੀ ਨਹੀਂ ਕਿ ਇੱਥੇ ਹਿੰਟ ਦਿੱਤਾ ਜਿਹੜਾ ਤੁਸੀਂ ਉਹੀ ਬੋਲਣੇ। ਇਸ ਲੈਸਨ ਨਾਲ ਰਿਲੇਟਡ, ਇਸ ਪਿਕਚਰ ਨਾਲ ਰਿਲੇਟਡ ਤੁਸੀਂ ਕੋਈ ਵੀ 5 ਸੈਂਟੈਂਸ ਬੋਲ ਸਕਦੇ ਹੋ ਜਿਹੜੇ ਤੁਹਾਨੂੰ ਆਉਂਦੇ ਆ। ਚਾਹੇ ਤੁਸੀਂ ਉਹ ਮੇਕ ਦਾ ਸੈਂਟੈਂਸ 'ਚ ਕੀਤੇ ਹੋਏ ਨੇ, ਚਾਹੇ ਉਹ ਤੁਸੀਂ ਬਲੈਂਕਸ 'ਚ ਕੀਤੇ ਨੇ, ਚਾਹੇ ਤੁਸੀਂ ਉਹ ਕੁਐਸਚਨ ਆਨਸਰਸ ਦੇ ਵਿੱਚ ਕੀਤੇ ਨੇ, ਠੀਕ। ਸੈਂਟੈਂਸ ਹੋਣਾ ਚਾਹੀਦਾ ਪੂਰਾ ਕੰਪਲੀਟ। ਸੋ ਇਹ ਹੋ ਗਈ ਤੁਹਾਡੀ ਵਰਕਸ਼ੀਟ ਨੰਬਰ 6 ਡਨ ਬੇਟਾ। ਧਿਆਨ ਨਾਲ ਸੁਣੋ ਔਰ ਇਹਨੂੰ ਕਰੋ ਲਰਨ। ਸਪੀਕਿੰਗ ਪਾਰਟ ਖਾਸ ਕਰਕੇ, ਲਿਸਨਿੰਗ ਵਾਲਾ ਪਾਰਟ ਬੱਚੇ ਬਹੁਤ ਵਧੀਆ ਕਰ ਲੈਂਦੇ ਨੇ, ਪਰ ਸਪੀਕਿੰਗ ਵਾਲੇ ਪਾਰਟ ਚੜ੍ਹ ਜਾਂਦੇ ਨੇ। ਸੋ ਪਲੀਜ਼ ਇਹਨੂੰ ਵੀ ਲਰਨ ਕਰ ਲਓ ਅਗਰ ਨਹੀਂ ਆਉਂਦਾ ਤਾਂ। ਅਤੇ ਅਗਲੀਆਂ ਵੀਡੀਓਜ਼ ਲਈ ਵੇਟ ਕਰੋ, ਜਿਹੜੇ 2 ਲੈਸਨ ਰਹਿ ਗਏ ਉਹਨਾਂ ਦੀਆਂ ਵੀਡੀਓਜ਼ ਵੀ ਬਹੁਤ ਜਲਦ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ। ਟਿਲ ਦੈਨ ਬਾਏ ਬਾਏ, ਕੀਪ ਰੀਡਿੰਗ।